ਸਤਿਕਾਰਯੋਗ ਸਾਥੀਓ, ਇੱਕ ਵਾਰੀ ਫੇਰ ਮੈਂ ਤੁਹਾਡਾ ਸਵਾਗਤ ਕਰਦਾ। ਅਸੀਂ ਅੱਜ ਇਸੇ ਪੁਸਤਕ ਸਦਾਮ ਹੁਸੈਨ ਦੇ ਕਤਲ ਦੀ ਅਮਰੀਕਨ ਸਾਜ਼ਿਸ਼ ਨੂੰ ਲੈ ਕੇ ਤੁਹਾਡੇ ਨਾਲ ਰੂਬਰੂ ਹੋਣ ਜਾ ਰਹੇ ਹਾਂ। ਇਸ ਦਾ ਅਧਿਆਇ 8ਵਾਂ ਮੈਸੋਪੋਟਾਮੀਆ ਦਾ ਸੋਗ, ਭਾਵ ਕਿ ਇਰਾਕ ਦੇ ਉੱਤੇ ਜਿਹੜਾ ਅਟੈਕ ਕੀਤਾ, ਦੂਜੀ ਵਾਰ ਜੰਗ ਹੋਈ, ਉਸ ਦਾ ਕੀ ਇਰਾਕ ਦਾ ਜਾਨੀ ਮਾਲੀ ਨੁਕਸਾਨ ਹੋਇਆ। ਇਸ ਸੰਬੰਧ ਵਿੱਚ ਇਸ ਦਾ ਨਾਂ ਹੈ ਮੈਸੋਪੋਟਾਮੀਆ ਦਾ ਸੋਗ ਪਾਰਟ 2। ਅਮਰੀਕਾ ਨੇ ਇਰਾਕ ਸਰਕਾਰ ਤੇ ਇਹ ਦੋਸ਼ ਲਗਾ ਕੇ ਕਿ ਉਹ ਹਥਿਆਰ ਨਿਰੀਖਣ ਟੀਮ ਨੂੰ ਸਹਿਯੋਗ ਨਹੀਂ ਦੇ ਰਹੀ, 17 ਮਾਰਚ 2003 ਨੂੰ ਖਾੜੀ ਖੇਤਰ ਵਿੱਚ ਆਪਣੇ ਹੋਰ ਸੈਨਿਕ ਸਾਜੋ ਸਮਾਨ, ਜੰਗੀ ਮਸ਼ੀਨਰੀ ਤਾਇਨਾਤ ਕਰ ਦਿੱਤੀ। ਜੰਗੀ ਬੇੜੇ 'ਚ ਸਮੁੰਦਰੀ ਜਹਾਜ਼ ਜੋ ਕਿ ਲੰਮੀ ਦੂਰੀ ਤੱਕ ਮਾਰ ਕਰਨ ਵਾਲੀਆਂ ਮਜੈਲਾਂ ਨਾਲ ਲੈਸ ਸਨ, ਉਹਨਾਂ ਨੂੰ ਵੀ ਖਾੜੀ ਵੱਲ ਰਵਾਨਾ ਕਰ ਦਿੱਤਾ। ਉਸੇ ਸਮੇਂ ਚਿਲੀ ਦੇ ਰਾਸ਼ਟਰਪਤੀ ਰਿਕਾਰਡੋ ਨੇ ਇਰਾਕ ਨੂੰ 3 ਹਫ਼ਤੇ ਦਾ ਹੋਰ ਸਮਾਂ ਦਿੱਤੇ ਜਾਣ ਦੀ ਅਮਰੀਕਾ ਨੂੰ ਅਪੀਲ ਕੀਤੀ, ਪਰ ਅਮਰੀਕੀ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਨੇ ਉਸ ਦੀ ਅਪੀਲ ਖਾਰਜ ਕਰ ਦਿੱਤੀ। ਤੁਰਕੀ ਦੇ ਆਪਣੇ ਦੇਸ਼ ਵਿੱਚ ਉੱਥੋਂ ਦੇ ਪ੍ਰਧਾਨ ਨੇ ਇਰਾਕੀ ਜਹਾਜ਼ਾਂ ਨੂੰ ਉਤਰਨ ਲਈ ਆਗਿਆ ਨਹੀਂ ਦਿੱਤੀ। ਜਾਰਜ ਡਬਲਿਊ ਬੁਸ਼ ਨੇ ਐਲਾਨ ਕੀਤਾ ਕਿ ਬੇਸ਼ੱਕ ਸੰਯੁਕਤ ਰਾਸ਼ਟਰ ਵੀ ਉਸ ਦੀ ਮੁਹਿੰਮ ਦਾ ਸਮਰਥਨ ਕਰੇ ਜਾਂ ਨਾ ਕਰੇ, ਅਸੀਂ ਇਰਾਕ ਨੂੰ ਹਥਿਆਰ ਰਹਿਤ ਕਰਨ ਲਈ ਆਪਣੀ ਕਾਰਵਾਈ ਕਰਕੇ ਹੀ ਰਹਾਂਗੇ। ਜਦੋਂ ਕਿ ਦਬਾਅ ਵਿੱਚ ਆ ਕੇ ਇਰਾਕ ਨੇ ਕਾਫੀ ਮਿਜ਼ਾਈਲਾਂ ਨਸ਼ਟ ਕਰ ਦਿੱਤੀਆਂ ਸਨ ਤੇ ਸੰਯੁਕਤ ਰਾਸ਼ਟਰ ਹਥਿਆਰ ਨਿਰੀਖਕ ਮੁਖੀ ਹਾਂਸ ਬਲਿਕਸ ਨੇ 9 ਮਾਰਚ ਨੂੰ ਸੁਰੱਖਿਆ ਕੌਂਸਲ ਸਾਹਮਣੇ ਬਿਆਨ ਦਿੱਤਾ ਸੀ ਕਿ ਇਹ ਕਾਫੀ ਹੱਦ ਤੱਕ ਨਿਸ਼ਸਤਰੀਕਰਨ ਦਾ ਹੀ ਅਮਲ ਹੈ, ਪਰ ਅਮਰੀਕਾ ਨੇ ਅਮਨ ਦੇ ਸਾਰੇ ਰਾਹ ਬੰਦ ਕਰਕੇ ਜੰਗ ਨੂੰ ਪਹਿਲ ਦਿੱਤੀ। ਬ੍ਰਿਟੇਨ ਵਿੱਚ 4 ਮੰਤਰੀਆਂ ਨੇ ਜੰਗ ਦੇ ਵਿਰੋਧ ਵਿੱਚ ਭਾਵੇਂ ਅਸਤੀਫਾ ਵੀ ਦੇ ਦਿੱਤਾ, ਪਰ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੇ ਜੰਗ ਨੂੰ ਪਹਿਲ ਦਿੱਤੀ। ਅਮਰੀਕਾ ਨੇ UN ਸੁਰੱਖਿਆ ਕੌਂਸਲ ਨੂੰ ਲਾਂਭੇ ਕਰਕੇ ਯੁੱਧ ਦਾ ਬਿਗਲ ਵਜਾ ਦਿੱਤਾ। ਇਰਾਕੀ ਸਦਰ ਸਦਾਮ ਹੁਸੈਨ ਨੂੰ 48 ਘੰਟੇ ਵਿੱਚ ਆਪਣੇ ਦੋਵੇਂ ਪੁੱਤਰਾਂ ਸਮੇਤ ਉਦੇ ਤੇ ਕੁੱਸੇ ਅਲਟੀਮੇਟਮ ਦੇ ਦਿੱਤਾ ਕਿ 48 ਘੰਟਿਆਂ ਵਿੱਚ ਉਹ ਇਰਾਕ ਨੂੰ ਛੱਡ ਕੇ ਚਲੇ ਜਾਣ। ਇਰਾਕ ਦੀ ਘੇਰਾਬੰਦੀ ਪੂਰੀ ਤਰ੍ਹਾਂ ਨਾਲ ਮਜ਼ਬੂਤ ਕਰ ਦਿੱਤੀ ਗਈ। ਹਜ਼ਾਰਾਂ ਟਾਮਹਾਕ ਕਰੂਜ਼ ਮਿਜ਼ਾਈਲਾਂ ਨਾਲ ਲੈਸ ਜੰਗੀ ਜਹਾਜ਼ਾਂ ਅਤੇ ਪਣਡੁੱਬੀਆਂ ਨੂੰ ਭੂ-ਮੱਧ ਸਾਗਰ ਤੋਂ ਲਾਲ ਸਾਗਰ ਵਿੱਚ ਤਬਦੀਲ ਕਰ ਦਿੱਤਾ। ਅਮਰੀਕੀ ਜੰਗੀ ਬੇੜੇ USS ਇਬਰਾਹਿਮ ਲਿੰਕਨ ਤੇ USS ਕਿੱਟੀ ਹੌਕ ਨੂੰ ਫਾਰਸ ਦੀ ਖਾੜੀ ਵਿੱਚ ਤਾਇਨਾਤ ਕਰ ਦਿੱਤਾ। ਆਪਰੇਸ਼ਨ ਇਰਾਕੀ ਫਰੀਡਮ ਲਈ ਚੱਲੇ ਐਮਬੇਡਡ ਜਰਨਲਿਸਟਾਂ ਤੋਂ ਇਲਾਵਾ ਅਣਗਿਣਤ ਟੈਂਕ, ਸਮੁੰਦਰੀ ਬੇੜੇ, ਹੈਲੀਕਾਪਟਰ, ਬੰਬ, ਅਸਲਾ, ਗੈਸੀ ਨਕਾਬ, ਹਾਈ ਪ੍ਰੋਟੀਨ ਫੂਡ, ਟਾਇਲਟ ਪੇਪਰਾਂ ਨਾਲ ਭਰੇ ਹੋਏ ਜਹਾਜ਼, ਜਰਮਨਾਸ਼ਕ ਦਵਾਈਆਂ, ਵਿਟਾਮਿਨ ਤੇ ਮਿਨਰਲ ਵਾਟਰ ਦੀਆਂ ਬੋਤਲਾਂ ਸਮੇਤ ਬਹੁਤ ਸਾਰੀ ਜੰਗੀ ਮਸ਼ੀਨਰੀ ਉੱਥੇ ਪਹੁੰਚਾ ਦਿੱਤੀ ਗਈ। ਇਰਾਕੀ ਸਦਰ ਸਦਾਮ ਹੁਸੈਨ ਨੇ ਅਮਰੀਕਾ ਦੇ ਅਲਟੀਮੇਟਮ ਨੂੰ ਰੱਦ ਕਰ ਦਿੱਤਾ ਤੇ ਕਿਹਾ ਉਹ ਇਰਾਕ ਵਿੱਚ ਹੀ ਰਹਿਣਗੇ। ਇਰਾਕ ਉੱਤੇ ਹਮਲਾ ਕਰਨਾ ਅਮਰੀਕਾ ਦੀ ਬਹੁਤ ਵੱਡੀ ਭੁੱਲ ਹੋਵੇਗੀ। ਅਸੀਂ ਅਮਰੀਕੀ ਹਮਲੇ ਦਾ ਕਰਾਰਾ ਜਵਾਬ ਦੇਵਾਂਗੇ। ਇਰਾਕ ਦਾ ਹਰ ਨਾਗਰਿਕ ਅਮਰੀਕਾ ਨਾਲ ਲੋਹਾ ਲੈਣ ਲਈ ਤਿਆਰ ਹੈ। ਸੋ ਦੋਹਾਂ ਪਾਸਿਆਂ ਦੇ ਹਜ਼ਾਰਾਂ ਜਵਾਨਾਂ ਨੇ ਜੰਗੀ ਮੋਰਚੇ ਸੰਭਾਲ ਲਏ। ਅਲਟੀਮੇਟਮ ਦਾ ਸਮਾਂ 20 ਮਾਰਚ 2003 ਨੂੰ ਸਵੇਰੇ 4:15 ਤੇ ਖਤਮ ਹੋ ਗਿਆ। ਦੋਹਾਂ ਪਾਸਿਓਂ ਫੌਜਾਂ ਜੰਗੀ ਹੁਕਮ ਦੀ ਉਡੀਕ ਵਿੱਚ ਸਨ। ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਨੇ ਜੰਗੀ ਕੌਂਸਲ ਦੀ ਤੁਰੰਤ
ਐਮਰਜੈਂਸੀ ਮੀਟਿੰਗ ਬੁਲਾਈ, ਜਿਸ ਵਿੱਚ ਰਾਸ਼ਟਰਪਤੀ ਤੋਂ ਇਲਾਵਾ ਸੁਰੱਖਿਆ ਸਲਾਹਕਾਰ ਕੋਂਡਾਲੀਜ਼ਾ ਰਾਈਸ, CIA ਦੇ ਡਾਇਰੈਕਟਰ ਜਾਰਜ ਟਾਇਨਟ, ਵਿਦੇਸ਼ ਮੰਤਰੀ ਕੋਲਿਨ ਪਾਵੈਲ, ਰੱਖਿਆ ਮੰਤਰੀ ਡੋਨਾਲਡ ਰਮਜ਼ਫੀਲਡ ਤੇ ਇਤਿਹਾਦੀ ਫੌਜਾਂ ਦੇ ਮੁਖੀ ਰਿਚਰਡ ਬੀ ਮਾਇਰਸ ਇਕੱਠੇ ਹੋਏ। ਇਹਨਾਂ ਨੇ ਤੁਰੰਤ ਇਰਾਕ 'ਤੇ ਹਮਲਾ ਕਰਨ ਦਾ ਫੈਸਲਾ ਲਿਆ। ਜਾਰਜ ਬੁਸ਼ ਨੇ ਡੈਡਲਾਈਨ ਖਤਮ ਹੋਣ ਤੋਂ 95 ਮਿੰਟ ਮਗਰੋਂ ਟੋਨੀ ਫਰੈਂਕਸ ਨੂੰ ਬਗਦਾਦ 'ਤੇ ਹਵਾਈ ਹਮਲਾ ਕਰਨ ਦਾ ਹੁਕਮ ਦੇ ਦਿੱਤਾ। ਤੁਰੰਤ ਮਗਰੋਂ ਉਪਗ੍ਰਹਿਾਂ ਤੇ ਕੰਪਿਊਟਰਾਂ ਦੀ ਸਹਾਇਤਾ ਨਾਲ ਚੱਲਣ ਵਾਲੇ ਮਾਰੂ ਸਮਰੱਥਾ ਵਾਲੇ ਆਧੁਨਿਕ ਹਥਿਆਰ ਤੇ ਜੰਗੀ ਬੇੜੇ ਹਰਕਤ ਵਿੱਚ ਆ ਗਏ। ਜੰਗੀ ਬੇੜੇ USS ਇਬਰਾਹਿਮ ਲਿੰਕਨ ਤੋਂ 2-2 ਹਜ਼ਾਰ ਪਾਉਂਡ ਦੇ ਭਾਰੇ ਬੰਬ ਜੰਗੀ ਜਹਾਜ਼ਾਂ ਵਿੱਚ ਫਿੱਟ ਕਰਕੇ ਬਗਦਾਦ ਵੱਲ ਤੋਰ ਦਿੱਤੇ। ਅਮਰੀਕਾ ਨੇ B-1, B-52, F-117 ਜਿਹੜੇ ਵਿਸ਼ਵ ਦੇ ਸਭ ਤੋਂ ਖਤਰਨਾਕ ਜੰਗੀ ਲੜਾਕੂ ਮੰਨੇ ਜਾਂਦੇ ਸਨ, ਬਗਦਾਦ 'ਤੇ ਹਵਾਈ ਹਮਲਾ ਕਰਨ ਲਈ ਉਡਾ ਦਿੱਤੇ। ਲਾਲ ਸਾਗਰ ਤੇ ਖਾੜੀ ਵਿਚਲੇ ਜੰਗੀ ਬੇੜਿਆਂ ਤੇ ਕਰੂਜ਼ ਮਿਜ਼ਾਈਲਾਂ ਨਾਲ ਬਗਦਾਦ ਵਿਚਲੇ ਮਹੱਤਵਪੂਰਨ ਟਿਕਾਣਿਆਂ ਨੂੰ ਸਭ ਤੋਂ ਪਹਿਲਾਂ ਨਿਸ਼ਾਨਾ ਬਣਾਇਆ ਗਿਆ। ਸਦਾਮ ਹੁਸੈਨ ਦੇ ਮਹੱਲਾਂ ਨੂੰ ਵੀ ਪੂਰੀ ਤਰ੍ਹਾਂ ਨਾਲ ਘੇਰ ਲਿਆ ਗਿਆ। ਇਰਾਕ ਦੇ ਸਾਰੇ ਮੁੱਖ ਸ਼ਹਿਰ ਇੱਕਦਮ ਬੰਬਾਰੀ ਦੀ ਲਪੇਟ ਵਿੱਚ ਆ ਗਏ। ਟਿਕਰੀਤ ਵਿੱਚ ਸਦਾਮ ਹੁਸੈਨ ਦੇ ਪੁੱਤਰ ਉਸ ਦੇ ਅਧੀਨ ਜਿਹੜੀ ਫਿਦਾਇਨ ਸਦਾਮ ਫੌਜ ਸੀ, ਉਹਨਾਂ ਨੂੰ AK-47 ਰਾਈਫਲਾਂ ਚੁੱਕ ਕੇ ਗੱਠਜੋੜ ਫੌਜਾਂ ਦਾ ਮੁਕਾਬਲਾ ਕਰਨ ਲਈ ਜੰਗ ਵਿੱਚ ਭੇਜ ਦਿੱਤਾ ਗਿਆ। ਇਹਨਾਂ ਦੇ ਨਾਲ ਹੋਰ ਦੇਸ਼ ਵਾਸੀਆਂ ਨੇ ਵੀ ਆਪਣੀ ਸਰਜ਼ਮੀਂ ਦੀ ਰਾਖੀ ਲਈ ਰਫਲਾਂ ਚੁੱਕ ਲਈਆਂ। ਇਸ ਤੋਂ ਬਲ ਮਿਲਣ ਤੇ ਇਰਾਕ ਦੀ 47 ਇਨਫੈਂਟਰੀ ਬ੍ਰਿਗੇਡ ਦੀ 3 ਰੈਜੀਮੈਂਟ ਨੇ ਗੱਠਜੋੜ ਸੈਨਿਕਾਂ ਨੂੰ ਬਸਰਾ, ਨਸੀਰੀਆ, ਰਮੈਲਾ ਤੇ ਸਮਾਵਾ ਵਿੱਚੋਂ ਖਦੇੜ ਦਿੱਤਾ। ਪਰ ਕਾਸਰ ਵਿੱਚ ਗੱਠਜੋੜ ਤੇ ਇਰਾਕੀ ਫੌਜਾਂ ਵਿੱਚ ਘਮਸਾਣ ਦੀ ਲੜਾਈ ਸ਼ੁਰੂ ਹੋ ਗਈ। ਇਰਾਕੀ ਸਦਰ ਸਦਾਮ ਹੁਸੈਨ ਨੇ ਕਾਸਰ ਵਿੱਚ ਜਾ ਕੇ, ਜਿੱਥੇ ਸਿਰਫ 120 ਇਰਾਕੀ ਸੈਨਿਕ ਗੱਠਜੋੜ ਫੌਜਾਂ ਦਾ ਮੁਕਾਬਲਾ ਕਰ ਰਹੇ ਸਨ, ਉਹਨਾਂ ਦੀ ਵਿਸ਼ੇਸ਼ ਤੌਰ ਤੇ ਪ੍ਰਸ਼ੰਸਾ ਕੀਤੀ। ਨਸੀਰੀਆ, ਜਿਸ ਵਿੱਚ ਗਹਿ-ਗੱਚ ਲੜਾਈ ਲੱਗੀ ਹੋਈ ਸੀ, ਪਿਛਲੇ 3 ਦਿਨਾਂ ਤੋਂ ਲਗਾਤਾਰ ਲੜ ਰਿਹਾ ਸੀ। ਗੱਠਜੋੜ ਸੈਨਿਕਾਂ ਜਿੱਥੇ ਉਹ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਪਰੰਤੂ ਇਰਾਕੀ ਸੈਨਿਕਾਂ ਨੇ ਉਹਨਾਂ ਦੀ ਪੇਸ਼ ਨਹੀਂ ਜਾਣ ਦਿੱਤੀ। ਇਰਾਕੀ ਸੈਨਿਕਾਂ ਤੋਂ ਦੁਖੀ ਹੋ ਕੇ ਅਮਰੀਕੀ ਬੰਬਾਰਾਂ ਨੇ ਬਸਰਾ ਸ਼ਹਿਰ ਤੇ ਕਲਸਟਰ ਬੰਬਾਂ ਨਾਲ ਭਾਰੀ ਹਮਲੇ ਕੀਤੇ। ਅਮਰੀਕੀ ਫੌਜਾਂ ਇੰਨੇ ਗੁੱਸੇ ਵਿੱਚ ਆਈਆਂ ਹੋਈਆਂ ਸਨ ਕਿ ਇਹਨਾਂ ਦੇ ਰਸਤੇ ਵਿੱਚ ਜਿੱਥੇ ਕਿਤੇ ਵੀ ਇਰਾਕੀ ਸਦਰ ਸਦਾਮ ਹੁਸੈਨ ਦੇ ਕੰਧਾਂ ਤੇ ਬਣੇ ਹੋਏ ਚਿੱਤਰ ਆਉਂਦੇ, ਉਹਨਾਂ ਨੂੰ ਟੈਂਕਾਂ ਨਾਲ ਚੂਰ-ਚੂਰ ਕਰ ਦਿੰਦੇ ਤੇ ਆਪਣਾ ਗੁੱਸਾ ਹਲਕਾ ਕਰ ਲੈਂਦੇ। ਕ੍ਰੋਧਿਤ ਹੋਈਆਂ ਪੱਛਮੀ ਫੌਜਾਂ ਨੇ ਬਗਦਾਦ ਦੇ ਭੀੜ ਵਾਲੇ ਇਲਾਕੇ ਉੱਤੇ ਇੰਨੀ ਜ਼ੋਰਦਾਰ ਬੰਬਾਰੀ ਕੀਤੀ ਕਿ ਗਲੀਆਂ ਵਿੱਚ ਖੂਨ ਵਗਣ ਲੱਗ ਪਿਆ। ਲਾਸ਼ਾਂ ਦੇ ਟੁਕੜੇ ਹੋਣ ਕਾਰਨ ਇਹਨਾਂ ਦੀ ਕੋਈ ਪਹਿਚਾਣ ਨਾ ਰਹੀ। ਜ਼ਖਮੀਆਂ ਨੂੰ ਚੁੱਕਣ ਲਈ ਐਂਬੂਲੈਂਸ ਸੜਕਾਂ ਤੇ ਦੌੜਨ ਲੱਗੇ। ਅਮਰੀਕੀ ਕਮਾਂਡਰ ਉਹਨਾਂ ਨੇ ਖੁਰਾਕ ਤੇ ਫੌਜੀ ਸਪਲਾਈ ਵਿੱਚ ਆ ਰਹੀਆਂ ਰੁਕਾਵਟਾਂ ਤੇ ਸਖਤ ਇਰਾਕੀ ਵਿਰੋਧ ਨੂੰ ਦੇਖਦਿਆਂ ਆਪਣੀਆਂ ਫੌਜਾਂ ਦਾ ਉੱਤਰੀ ਇਰਾਕ ਵਿੱਚ ਬਗਦਾਦ ਵੱਲ ਵਧਣਾ, ਜਿਹੜਾ ਕਾਫਲਾ ਵੱਧ ਰਿਹਾ ਸੀ, ਉਸ ਨੂੰ ਰੋਕ ਦਿੱਤਾ। ਕਿਉਂਕਿ ਹੁਣ ਗਠਬੰਧਨ ਸੈਨਾ ਨੂੰ ਬਗਦਾਦ ਦੇ ਰਸਤੇ ਵਿੱਚ ਰੇਗਿਸਤਾਨੀ ਤੂਫਾਨ ਦੇ ਵਿੱਚ ਬਸਰਾ, ਨਜਫ ਅਤੇ ਸੀਰੀਆ ਵਿੱਚ ਇਰਾਕੀ ਸੈਨਾਵਾਂ ਨਾਲ ਸਭ ਤੋਂ ਵੱਡੇ ਸੰਘਰਸ਼ ਦਾ ਮੁਕਾਬਲਾ ਕਰਨਾ ਪੈ ਰਿਹਾ ਸੀ। ਉਧਰ ਬਗਦਾਦ ਵੱਲ ਵੱਧ ਰਿਹਾ ਗੱਠਜੋੜ ਫੌਜਾਂ ਦਾ ਕਾਫਲਾ ਉਦੋਂ ਮੁਸੀਬਤ ਵਿੱਚ ਫਸ ਗਿਆ ਜਦੋਂ ਉਸ ਦੇ ਰਸਤੇ ਵਿੱਚ ਇੱਕ ਵੱਡਾ ਤੂਫਾਨ ਆ ਗਿਆ।
ਇਸ ਲਈ ਕਾਫਲੇ ਨੂੰ ਇੱਕਦਮ ਰੋਕ ਦਿੱਤਾ ਗਿਆ ਤੇ ਅਮਰੀਕੀ ਜੰਗੀ ਬੇੜੇ ਥਿਊਡੋਰ ਰੂਜ਼ਵੈਲਟ ਤੋਂ ਉਡਾਣਾਂ ਭਰਨ ਵਾਲੇ ਸਾਰੇ ਲੜਾਕੂ ਵਿਮਾਨ ਰੋਕ ਦਿੱਤੇ ਗਏ। ਗੱਲ ਕੀ ਜਿਹੜੀ ਭੋਜਨ ਦੀ ਸਪਲਾਈ ਸੀ, ਰੁਕਾਵਟ ਸੀ, ਤੂਫਾਨ ਸੀ, ਲਾਲ ਰੇਖਾ ਦੇ ਡਰ ਕਾਰਨ ਕਈ ਦਿਨਾਂ ਤੱਕ ਜਿਹੜਾ ਗੱਠਜੋੜ ਕਾਫਲਾ ਸੀ ਅਮਰੀਕਾ ਦੇ ਅਧੀਨ ਲੜ ਰਿਹਾ ਸੀ, ਉਸ ਨੂੰ ਅੱਗੇ ਵਧਣ ਤੋਂ ਇਰਾਕੀਆਂ ਨੇ ਰੋਕੀ ਰੱਖਿਆ। ਇਹ ਕਾਰਨ ਸੀ ਜਦੋਂ ਇਰਾਕੀ ਅਰਧ ਸੈਨਿਕ ਬਲ ਮੈਦਾਨ ਵਿੱਚ ਉਤਰੇ ਤਾਂ ਅਮਰੀਕੀ ਫੌਜੀ ਕਮਾਂਡਰ ਵਿਪਤਾ ਵਿੱਚ ਫਸ ਗਏ। ਭਾਵੇਂ ਪੈਂਟਾਗਨ ਨੂੰ ਫਦਾਈਨ ਸਦਾਮ ਅਰਧ ਸੈਨਿਕਾਂ ਬਾਰੇ ਪਹਿਲਾਂ ਹੀ ਸੂਚਨਾ ਮਿਲ ਗਈ ਸੀ, ਪਰ ਤਾਂ ਵੀ ਇਹਨਾਂ ਦੇ ਹਮਲਿਆਂ ਨੂੰ ਅਮਰੀਕੀ ਫੌਜਾਂ ਰੋਕ ਨਹੀਂ ਸਕੀਆਂ। ਇਹਨਾਂ ਸੈਨਿਕਾਂ ਦੀ ਗਿਣਤੀ 50,000 ਦੇ ਲਗਭਗ ਸੀ। ਇਹ ਸਾਦੇ ਕੱਪੜਿਆਂ ਵਿੱਚ ਰਹਿੰਦੇ ਸੀ, ਗੁਰੀਲਾ ਯੋਧੇ ਮਾਹਰ ਸਨ। AK-47 ਰਫਲਾਂ ਹਰ ਵੇਲੇ ਆਪਣੇ ਕੋਲ ਰੱਖਦੇ ਸਨ। ਇਹਨਾਂ ਨੇ ਹੀ ਤੇਜ਼ੀ ਨਾਲ ਬਗਦਾਦ ਵੱਲ ਵੱਧ ਰਹੀ ਬ੍ਰਿਟਿਸ਼ ਫੌਜ ਨੂੰ ਕਈ ਦਿਨਾਂ ਤੱਕ ਰੋਕੀ ਰੱਖਿਆ। ਅਮਰੀਕੀ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਤੇ ਰੱਖਿਆ ਮੰਤਰੀ ਡੋਨਾਲਡ ਰਮਜ਼ਫੀਲਡ ਤੇ ਉਂਗਲੀ ਉੱਠਣ ਲੱਗ ਪਈ। ਅਮਰੀਕਾ, ਇੰਗਲੈਂਡ ਸਮੇਤ ਪੂਰਾ ਵਿਸ਼ਵ ਇਸ ਗੱਲ ਤੋਂ ਹੈਰਾਨ ਸੀ ਕਿ ਬਗਦਾਦ ਨੂੰ ਫਤਿਹ ਕਰਨ ਜਾ ਰਹੇ ਅਮਰੀਕੀ ਫੌਜਾਂ ਦੇ ਕਾਫਲੇ ਨੂੰ ਰਸਤੇ ਵਿੱਚ ਕਿਉਂ ਰੋਕ ਦਿੱਤਾ ਗਿਆ। ਅਮਰੀਕੀ ਲੋਕਾਂ ਦਾ ਕਹਿਣਾ ਸੀ ਕਿ ਰੱਖਿਆ ਮੰਤਰੀ ਡੋਨਾਲਡ ਰਮਜ਼ਫੀਲਡ ਨੂੰ ਇਰਾਕ ਤੇ ਇੰਨੀ ਕਾਹਲੀ ਵਿੱਚ ਹਮਲਾ ਨਹੀਂ ਕਰਨਾ ਚਾਹੀਦਾ ਸੀ। ਯੁੱਧ ਦੇ ਪੂਰੇ 10 ਦਿਨ ਗੁਜ਼ਰ ਜਾਣ ਤੋਂ ਮਗਰੋਂ ਵੀ ਇਰਾਕੀ ਗੁਰੀਲੇ ਅਮਰੀਕੀ ਫੌਜਾਂ ਦੇ ਰਾਹ ਵਿੱਚ ਸਭ ਤੋਂ ਵੱਡਾ ਰੋੜਾ ਬਣੇ ਹੋਏ ਸਨ। ਇਰਾਕੀ ਸੈਨਿਕਾਂ ਨੇ ਆਤਮ ਸਮਰਪਣ ਦੇ ਬਹਾਨੇ ਅਮਰੀਕੀ ਸੈਨਿਕਾਂ ਤੇ ਹਮਲੇ ਸ਼ੁਰੂ ਕਰ ਦਿੱਤੇ। ਇੱਥੋਂ ਤੱਕ ਕਿ ਹਸਪਤਾਲਾਂ ਵਿੱਚ ਦਾਖਲ ਜਿਹੜੇ ਇਰਾਕੀ ਸੈਨਿਕ ਸੀ ਉਹ ਵੀ ਅਮਰੀਕੀਆਂ ਤੇ ਟੁੱਟ ਕੇ ਪੈ ਜਾਂਦੇ। ਨਾਗਰਿਕਾਂ ਦੇ ਭੇਸ ਵਿੱਚ ਲੁਕੇ ਸੈਨਿਕ ਅਚਾਨਕ ਹੀ ਅਮਰੀਕੀ ਗੱਠਜੋੜ ਤੇ ਟੁੱਟ ਪੈਂਦੇ। ਅਮਰੀਕਾ ਦੀਆਂ ਜੰਗ ਪ੍ਰਤੀ ਕੀਤੀਆਂ ਸਾਰੀਆਂ ਭਵਿੱਖਬਾਣੀਆਂ ਤੇ ਖੁਫੀਆ ਰਿਪੋਰਟਾਂ ਗਲਤ ਸਿੱਧ ਹੋ ਗਈਆਂ। ਇਹਨਾਂ ਸਾਰੀਆਂ ਗਲਤੀਆਂ ਚੋਂ ਉੱਭਰਨ ਅਤੇ ਸਮੱਸਿਆਵਾਂ ਦੇ ਹੱਲ ਲਈ ਗੱਠਜੋੜ ਫੌਜਾਂ ਨੇ ਆਪਣੇ ਆਪ ਨੂੰ ਫਿਰ ਤੋਂ ਸੰਗਠਿਤ ਕੀਤਾ। ਉਸਨੇ ਉੱਤਰੀ ਇਰਾਕ ਵਿੱਚ ਲਗਭਗ 1000 ਛਾਤਾ ਬਰਦਾਰ ਫੌਜੀ ਉਤਾਰ ਦਿੱਤੇ ਤਾਂ ਕਿ ਉੱਤਰ ਵੱਲੋਂ ਵੀ ਇਰਾਕੀ ਸੈਨਾ ਤੇ ਦਬਾਅ ਪਾਇਆ ਜਾ ਸਕੇ। ਜਿਵੇਂ ਜਿਵੇਂ ਗੱਠਜੋੜ ਫੌਜਾਂ ਬਗਦਾਦ ਵੱਲ ਅਤੇ ਹੋਰ ਤੇਲ ਉਤਪਾਦਨ ਖੇਤਰਾਂ ਵੱਲ ਵਧਣ ਲੱਗੀਆਂ, ਇਰਾਕੀ ਫੌਜਾਂ ਨੇ ਵੀ ਜਵਾਬੀ ਹਮਲੇ ਤੇਜ਼ ਕਰ ਦਿੱਤੇ। ਗੁਰੀਲਾ ਜੰਗ ਵਿੱਚ ਅਸਫਲ ਹੋਈ ਗੱਠਜੋੜ ਫੌਜ ਨੂੰ ਸੈਟੇਲਾਈਟ ਰਾਹੀਂ, ਹਵਾਈ ਵਸੀਲਿਆਂ ਰਾਹੀਂ ਅੱਗੇ ਵੱਲ ਵਧਣ ਦਾ ਰਸਤਾ ਦਿਖਾਇਆ ਗਿਆ। ਉਧਰ ਫਦਾਈਨ ਸੈਨਿਕਾਂ ਨੇ ਪੇਂਡੂ ਲੋਕਾਂ ਦਾ ਰੂਪ ਧਾਰ ਕੇ ਫਰਜ਼ੀ ਆਤਮ ਸਮਰਪਣ ਕਰਨਾ ਸ਼ੁਰੂ ਕਰ ਦਿੱਤਾ। ਇਸ ਆਤਮ ਸਮਰਪਣ ਦੇ ਓਹਲੇ ਵਿੱਚ ਉਹ ਗੱਠਜੋੜ ਸੈਨਾ ਤੇ ਹਮਲਾ ਕਰਕੇ ਉਹਨਾਂ ਨੂੰ ਭੱਬਲ ਭੂਸੇ ਵਿੱਚ ਪਾ ਦਿੰਦੇ। ਇਹਨਾਂ ਦੇ ਆਤਮਘਾਤੀ ਹਮਲਿਆਂ ਨੇ ਯੁੱਧਾਂ ਨੂੰ ਨਵਾਂ ਮੋੜ ਦਿੱਤਾ। ਇਸ ਨਾਲ ਥਾਂ-ਥਾਂ ਅਮਰੀਕੀ ਸੈਨਿਕਾਂ ਦੇ ਮਾਰੇ ਜਾਣ ਦੀ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਸੋ ਅਮਰੀਕਾ ਤੇ ਉਸ ਦੇ ਹੋਰ ਜਿਹੜੇ ਸੈਨਿਕ ਸੀ ਉਹਨਾਂ ਨੇ ਤੰਗ ਆ ਕੇ ਬਗਦਾਦ ਤੇ ਹੋਰ ਬਹੁਤ ਸਾਰੇ ਸ਼ਹਿਰਾਂ ਤੋਂ ਇਲਾਵਾ ਇਰਾਕੀ ਸਦਰ ਤੇ ਉਸ ਦੇ ਪੁੱਤਰਾਂ ਦੇ ਮਹਿਲਾਂ ਨੂੰ ਵੀ ਸਿੱਧੇ ਤੌਰ ਤੇ ਬੰਬਾਰੀ ਦਾ ਨਿਸ਼ਾਨਾ ਬਣਾ ਲਿਆ। ਇਹਨਾਂ ਹਮਲਿਆਂ ਨੇ ਇਰਾਕੀਆਂ ਨੂੰ ਏਕਤਾ ਦੇ ਸੂਤਰ ਵਿੱਚ ਬੰਨ੍ਹ ਦਿੱਤਾ। ਉਹਨਾਂ ਅੰਦਰ ਦੇਸ਼ ਪਿਆਰ ਦੀ ਭਾਵਨਾ ਦਾ ਜਜ਼ਬਾ ਇੰਨਾ ਪ੍ਰਬਲ ਹੋ ਗਿਆ ਕਿ ਛੋਟੇ-ਛੋਟੇ ਬੱਚਿਆਂ ਨੇ ਵੀ ਗਲੀਆਂ ਵਿੱਚ, ਬਾਜ਼ਾਰਾਂ ਵਿੱਚ ਅਮਰੀਕੀ ਸੈਨਾ ਦੇ ਵਿਰੋਧ ਵਿੱਚ ਕਲਾਸ਼ਨੀਕੋਵ ਰਾਈਫਲਾਂ ਚੁੱਕ ਲਈਆਂ। ਦੇਸ਼ ਦੇ ਲੋਕ ਆਪਣੀ ਆਪਣੀ ਦੁਸ਼ਮਣੀ ਨੂੰ ਭੁੱਲ ਕੇ ਜੰਗ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਆਪਣੇ ਮੋਢਿਆਂ ਤੇ ਚੁੱਕ ਕੇ ਸੁਰੱਖਿਅਤ ਥਾਵਾਂ ਤੇ ਲਿਜਾਣ ਲੱਗੇ। ਜ਼ਖਮੀਆਂ ਦੇ ਸਰੀਰ ਤੋਂ ਵਗ ਰਹੀਆਂ ਖੂਨ ਦੀਆਂ ਤਤੀਰੀਆਂ ਨੂੰ ਆਪਣੇ ਕੱਪੜੇ ਉਤਾਰ ਕੇ ਆਪ ਸਾਫ਼ ਕਰਦੇ।
ਕੋਈ ਵੀ ਵਿਅਕਤੀ ਜਿਹੜਾ ਵੀ ਇਹਨਾਂ ਦੇ ਆਪਸੀ ਪਿਆਰ, ਆਪਣੱਤ ਤੇ ਇਹਨਾਂ ਦੀ ਦੇਸ਼ ਪ੍ਰੇਮ ਦੀ ਭਾਵਨਾ ਨੂੰ ਦੇਖਦਾ, ਉਸ ਦੇ ਮੂੰਹੋਂ ਆਪ ਮੁਹਾਰੇ ਨਿਕਲ ਜਾਂਦਾ, ਧੰਨ ਹਨ ਇਹ ਇਰਾਕੀ ਲੋਕ ਜਿਹੜੇ ਅਮਰੀਕੀ ਬੰਬਾਂ ਦੀ ਮਾਰ ਤਾਂ ਝੱਲਦੇ ਹਨ ਪਰ ਦੇਸ਼ ਨਹੀਂ ਛੱਡਦੇ। ਇਹਨਾਂ ਦੀ ਦੇਸ਼ ਪ੍ਰੇਮ ਦੀ ਭਾਵਨਾ ਨੇ ਹੀ ਸ਼ੀਆ ਤੇ ਕੁਰਦ ਲੋਕਾਂ ਨੂੰ ਅਮਰੀਕੀ ਫੌਜਾਂ ਦੇ ਆਵਗਨ ਤੇ ਸਵਾਗਤ ਕਰਨ ਤੋਂ ਰੋਕੀ ਰੱਖਿਆ। ਅਮਰੀਕਾ ਨੂੰ ਸ਼ੱਕ ਸੀ ਕਿ ਸ਼ੀਆ ਤੇ ਕੁਰਦ ਲੋਕ ਇਹਨਾਂ ਦਾ ਸਵਾਗਤ ਕਰਨਗੇ, ਪਰ ਉਹਨਾਂ ਸਵਾਗਤ ਨਹੀਂ ਕੀਤਾ। ਅਮਰੀਕਾ ਤੇ ਇੰਗਲੈਂਡ ਦੀਆਂ ਸਾਂਝੀਆਂ ਫੌਜਾਂ ਆਤਮਘਾਤੀ ਹਮਲਿਆਂ ਤੋਂ ਬੁਰੀ ਤਰ੍ਹਾਂ ਨਾਲ ਬੁਖਲਾ ਗਈਆਂ, ਕਿਉਂਕਿ ਔਰਤਾਂ ਵੀ ਆਤਮਘਾਤੀ ਦਸਤਿਆਂ ਵਿੱਚ ਦਾਖਲ ਹੋ ਗਈਆਂ ਸਨ। ਇਹ ਇਰਾਕੀ ਔਰਤਾਂ ਆਪਣੇ ਨਿਸ਼ਾਨੇ ਤੇ ਜਾਣ ਤੋਂ ਪਹਿਲਾਂ ਆਪਣੇ ਹੱਥ ਵਿੱਚ ਕੁਰਾਨ ਫੜ ਕੇ ਤੇ ਦੁਸ਼ਮਣ ਦੇ ਚੀਥੜੇ ਉਡਾਉਣ ਦੀ ਸਹੁੰ ਖਾਂਦੀਆਂ ਹੋਈਆਂ ਚਾਈਂ ਜੰਗ ਦੇ ਮੈਦਾਨ ਵਿੱਚ ਚੱਲ ਪਈਆਂ। ਆਪਣੀ ਸਰਜਮੀ ਦੀ ਰਾਖੀ ਕਰਨ ਲਈ ਆਤਮਘਾਤੀ ਬੰਬ ਬਣ ਕੇ ਇਹਨਾਂ ਔਰਤਾਂ ਗੱਠਜੋੜ ਫੌਜਾਂ ਲਈ ਡਰਾਉਣੇ ਪਹਾੜ ਬਣ ਗਈਆਂ। ਇਹਨਾਂ ਆਤਮਘਾਤੀ ਹਮਲਿਆਂ ਕਾਰਨ ਬਰਤਾਨੀਆ ਵਿੱਚ ਚਿੰਤਾ ਦੀ ਲਹਿਰ ਦੌੜ ਗਈ। ਇਹ ਵੀ ਸੀ ਕਿ ਅਮਰੀਕੀ ਫੌਜਾਂ ਪਿਛਲੇ 16 ਸਾਲਾਂ ਤੋਂ ਲਗਾਤਾਰ ਲੜਦੀਆਂ ਹੋਈਆਂ ਥੱਕ ਗਈਆਂ ਸਨ। ਮਾਲੀ ਮੁਸ਼ਕਲਾਂ ਅਤੇ ਕੰਮ ਦੇ ਤਣਾਅ ਕਾਰਨ ਸੈਨਿਕਾਂ ਨੇ ਤੰਗ ਆ ਕੇ ਖੁਦਕਸ਼ੀ ਦਾ ਰਸਤਾ ਅਖਤਿਆਰ ਕਰ ਲਿਆ। ਹੁਣ ਤੱਕ 1200 ਤੋਂ ਵੱਧ ਸੈਨਿਕ ਆਤਮ ਹੱਤਿਆ ਕਰ ਚੁੱਕੇ ਸਨ। ਜੰਗ ਭਾਵੇਂ 11ਵੇਂ ਦਿਨ ਵਿੱਚ ਦਾਖਲ ਹੋ ਗਈ ਸੀ, ਪਰ ਗੱਠਜੋੜ ਫੌਜਾਂ ਦਾ ਰੁਕਿਆ ਹੋਇਆ ਕਾਫਲਾ ਬਗਦਾਦ ਵੱਲ ਵਧਣ ਦਾ ਹੌਸਲਾ ਨਹੀਂ ਸੀ ਕਰ ਰਿਹਾ। ਇਰਾਕ ਦੀ ਹਵਾਈ ਸੰਚਾਰ ਪ੍ਰਣਾਲੀ ਭਾਵੇਂ ਹੀ ਅਮਰੀਕਾ ਨੇ ਤਬਾਹ ਕਰ ਦਿੱਤੀ ਸੀ, ਪਰ ਇਰਾਕ ਦੇ ਹਵਾਈ ਟਿਕਾਣਿਆਂ ਦਾ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ। ਕਈ ਵਾਰ ਉਹਨਾਂ ਦੇ ਜੰਗੀ ਹਵਾਈ ਜਹਾਜ਼ ਬਿਨਾਂ ਬੰਬ ਸੁੱਟੇ ਹੀ ਵਾਪਸ ਆ ਜਾਂਦੇ। ਓਮਕਾਸਰ ਬੰਦਰਗਾਹ ਤੇ ਭਾਵੇਂ ਅਮਰੀਕਾ ਨੇ ਕਬਜ਼ਾ ਕਰ ਲਿਆ ਸੀ, ਪਰ ਗੁਰੀਲਿਆਂ ਨੇ ਉਹਨਾਂ ਦੇ ਨੱਕ ਵਿੱਚ ਦਮ ਕਰ ਰੱਖਿਆ ਸੀ। ਇਰਾਕ ਨੇ ਜੰਗੀ ਕੈਦੀਆਂ ਨੂੰ ਟੀਵੀ ਤੇ ਦਿਖਾਉਣਾ ਸ਼ੁਰੂ ਕਰ ਦਿੱਤਾ। ਅਮਰੀਕੀ ਕਮਾਂਡਰਾਂ ਤੇ ਸੈਨਿਕਾਂ ਨੇ ਸਾਰੀਆਂ ਕੌਮਾਂਤਰੀ ਸੰਧੀਆਂ ਤੇ ਅਹਿਦਨਾਮਿਆਂ ਨੂੰ ਤੋੜ ਕੇ ਇਰਾਕੀ ਗੁਰੀਲਿਆਂ ਅਤੇ ਆਤਮਘਾਤੀ ਦਸਤਿਆਂ ਤੇ ਕਾਬੂ ਪਾਉਣ ਲਈ ਬਗਦਾਦ ਤੇ ਹਵਾਈ ਹਮਲਿਆਂ ਦੀ ਧਾਰ ਨੂੰ ਇੰਨਾ ਤੇਜ਼ ਕਰ ਦਿੱਤਾ ਕਿ ਕਰੂਜ਼ ਮਿਜ਼ਾਈਲਾਂ ਦੀ ਵਰਖਾ ਹੀ ਕਰ ਦਿੱਤੀ। ਨਜਫ ਨੇੜੇ ਸਿਮਲੀਅਨ ਲੋਕਾਂ ਦੀ ਸਵਾਰੀ ਗੱਡੀ ਨੂੰ ਵੀ ਨਾ ਬਖਸ਼ਿਆ ਗਿਆ। ਉਸ ਤੇ ਗੋਲੀਆਂ ਦੀ ਵਰਖਾ ਕਰਕੇ ਅੰਦਰਲੀਆਂ ਤਮਾਮ ਸਵਾਰੀਆਂ, ਜਿਨ੍ਹਾਂ ਵਿੱਚ ਔਰਤਾਂ ਤੇ ਬੱਚੇ ਸਨ, ਸਭ ਨੂੰ ਭੁੰਨ ਦਿੱਤਾ ਗਿਆ। ਨਜਫ, ਨਸੀਰੀਆ, ਬਸਰਾ ਤੇ ਅਬੁਲ ਖਾਸਾ ਵਿੱਚ ਦੋਨਾਂ ਸੈਨਾਵਾਂ ਵਿਚਕਾਰ ਘਮਸਾਣ ਦੀ ਜੰਗ ਛਿੜੀ ਹੋਈ ਸੀ। ਫਿਦਾਈਨ ਤੇ ਸੱਤਾਧਾਰੀ ਬਾਥ ਪਾਰਟੀ ਦੇ ਮੈਂਬਰਾਂ ਨੇ ਹਮਲਾਵਰਾਂ ਤੇ ਮੋੜਵਾਂ ਵਾਰ ਕਰਕੇ ਉਹਨਾਂ ਵਿੱਚ ਭਗਦੜ ਮਚਾ ਦਿੱਤੀ, ਪਰ ਹਮਲਾਵਰ ਫੌਜਾਂ ਨੇ ਹਵਾਈ ਹਮਲਿਆਂ ਵਿੱਚ ਕਮੀ ਨਹੀਂ ਆਉਣ ਦਿੱਤੀ। ਉਹ ਬਗਦਾਦ ਤੋਂ ਸਿਰਫ 80 ਕਿਲੋਮੀਟਰ ਦੀ ਦੂਰੀ ਤੇ ਸਨ। ਇਰਾਕੀ ਗੁਰੀਲਿਆਂ ਤੇ ਆਤਮਘਾਤੀਆਂ ਤੋਂ ਬਚਣ ਲਈ ਉਹਨਾਂ ਨੇ ਆਪਣੇ ਕੈਂਪਾਂ ਦੇ ਇਰਦ-ਗਿਰਦ ਖਾਈਆਂ ਪੁੱਟ ਦਿੱਤੀਆਂ ਤੇ ਬਾਰੂਦੀ ਸੁਰੰਗਾਂ ਬਣਾ ਲਈਆਂ। ਇਰਾਕੀ ਸਦਰ ਸਦਾਮ ਹੁਸੈਨ ਦਾ ਇਰਾਕੀ ਫੌਜ ਨਾਲੋਂ ਸੰਪਰਕ ਤੋੜਨ ਲਈ ਟਿਗਰਸ ਨਦੀ ਦੇ ਬਣਾਏ ਇਰਾਕੀ ਸੰਚਾਰ ਕੇਂਦਰ ਨੂੰ ਅਮਰੀਕੀ ਬੰਬਾਰਾਂ ਨੇ ਚੂਰ-ਚੂਰ ਕਰ ਦਿੱਤਾ ਤੇ ਬਾਥ ਪਾਰਟੀ ਦੇ 200 ਵਰਕਰ ਇੱਕੋ ਥਾਂ ਮਾਰ ਦਿੱਤੇ। ਜਿਉਂ-ਜਿਉਂ ਗੱਠਜੋੜ ਫੌਜਾਂ ਬਗਦਾਦ ਵੱਲ ਵੱਧਦੀਆਂ ਜਾ ਰਹੀਆਂ ਸਨ, ਲੜਾਈ ਵੀ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਸੀ। ਬਗਦਾਦ ਸ਼ਹਿਰ ਦੇ ਬਾਹਰ ਰਿਪਬਲਿਕਨ ਗਾਰਡਜ਼, ਜਿਹੜੇ ਕਿ ਸਦਾਮ ਹੁਸੈਨ ਦੇ ਸਿੱਧੇ ਤੌਰ ਤੇ ਅਧੀਨ ਸਨ, ਉਹਨਾਂ ਦੁਆਰਾ ਬਣਾਇਆ ਸੁਰੱਖਿਆ ਘੇਰਾ ਕਮਜ਼ੋਰ ਕਰਨ ਲਈ ਇਹਨਾਂ ਦੇ ਉੱਤੇ ਬੰਬਾਂ ਦੀ ਵਰਖਾ ਲਗਾਤਾਰ ਜਾਰੀ ਸੀ। ਅਮਰੀਕੀ ਸੈਨਾ ਦਾ 14 ਏ-ਟਾਮ ਜੰਗੀ ਜਹਾਜ਼ 500 ਪਾਉਂਡ ਦੇ ਜੀਵੀਜੂ ਬੰਬਾਂ ਨਾਲ ਬਗਦਾਦ ਸ਼ਹਿਰ ਤੇ ਵਰਖਾ ਕਰ ਰਿਹਾ ਸੀ। ਬਗਦਾਦ ਵਿੱਚ
ਥਾਂ ਤੋਂ ਉੱਠੇ ਧੂਏ ਦੇ ਗੁਬਾਰ ਤੇ ਅੱਗ ਦੇ ਭਾਂਬੜ ਆਕਾਸ਼ ਨੂੰ ਛੂਹਣ ਲੱਗੇ। ਉੱਧਰ ਬਸਰਾ ਸ਼ਹਿਰ ਦੇ ਆਲੇ ਦੁਆਲੇ ਗਹਿ-ਗੱਚ ਲੜਾਈ ਲੱਗੀ ਹੋਈ ਸੀ। ਹਵਾਈ ਹਮਲਿਆਂ ਦੇ ਨਾਲ ਅਮਰੀਕੀ ਜ਼ਮੀਨੀ ਫੌਜ ਦੇ ਟੈਂਕਾਂ ਨੇ ਸ਼ਹਿਰ ਨੂੰ ਘੇਰਾ ਪਾਇਆ ਹੋਇਆ ਸੀ। ਅਨਾਜ ਅਤੇ ਪਾਣੀ ਦੀ ਘਾਟ ਕਾਰਨ ਸ਼ਹਿਰ ਵਿੱਚ ਹਾਹਾਕਾਰ ਮਚੀ ਹੋਈ ਸੀ। ਬੱਚੇ, ਬੁੱਢੇ, ਔਰਤਾਂ ਭੋਜਨ ਅਤੇ ਪਾਣੀ ਲਈ ਤੜਫ ਰਹੇ ਸਨ। ਕੋਈ ਔਰਤ ਆਪਣੇ ਘਰ ਦੇ ਮਲਬੇ 'ਤੇ ਬੈਠੀ ਰੋ ਰਹੀ ਸੀ। ਕੋਈ ਕਿਸੇ ਤਾਬੂਤ ਕੋਲ ਬੈਠੀ ਰੋ ਰਹੀ ਸੀ। ਕੋਈ ਸਿਰ ਤੋਂ ਪੈਰਾਂ ਤੱਕ ਖੂਨ ਨਾਲ ਲੱਥ-ਪੱਥ ਸੀ। ਕੋਈ ਵਿਅਕਤੀ ਖੂਨ ਨਾਲ ਲੱਥ-ਪੱਥ ਕਿਸੇ ਅਣਜਾਣ ਬੱਚੀ ਨੂੰ ਲੈ ਕੇ ਕਿਸੇ ਸੁਰੱਖਿਅਤ ਥਾਂ ਵੱਲ ਦੌੜਿਆ ਜਾ ਰਿਹਾ ਸੀ। ਕੋਈ ਮਾਂ ਆਪਣੇ ਬੱਚੇ ਲਈ ਤੜਫ ਰਹੀ ਸੀ ਤੇ ਕੋਈ ਬੱਚੀ ਆਪਣੀ ਮਾਂ ਲਈ। ਅਮਰੀਕੀ ਹਮਲੇ ਦੇ 14ਵੇਂ ਦਿਨ ਵੀ ਘਮਸਾਣ ਦੀ ਜੰਗ ਜਾਰੀ ਸੀ। ਬਗਦਾਦ ਨੂੰ ਚਾਰੇ ਪਾਸੇ ਤੋਂ ਘੇਰਨ ਲਈ ਪੂਰਬ ਅਤੇ ਪੱਛਮ ਵਾਲੇ ਪਾਸੇ ਤੋਂ ਜ਼ਮੀਨੀ ਹਮਲਾ ਤੇਜ਼ ਕਰ ਦਿੱਤਾ ਤੇ ਪਵਿੱਤਰ ਸ਼ਹਿਰ ਕਰਬਲਾ ਨੂੰ ਚਾਰੇ ਪਾਸੇ ਤੋਂ ਘੇਰ ਕੇ ਅੱਧੀ ਰਾਤ ਵੇਲੇ ਹਵਾਈ ਜਹਾਜ਼ਾਂ, ਅਪਾਚੇ ਹੈਲੀਕਾਪਟਰਾਂ, ਤੋਪਖਾਨੇ ਤੇ ਅਮਰੀਕੀ ਬਖਤਰਬੰਦ ਗੱਡੀਆਂ ਦੀ ਮਦਦ ਨਾਲ ਹਮਲਾ ਕਰ ਦਿੱਤਾ ਗਿਆ। ਰਾਤ ਦੇ ਹਮਲੇ ਵੇਲੇ ਸਾਰਾ ਆਕਾਸ਼ ਸੰਤਰੀ ਤੇ ਚਿੱਟੇ ਰੰਗ ਦੀ ਰੋਸ਼ਨੀ ਨਾਲ ਭਰ ਗਿਆ। ਗੱਠਜੋੜ ਫੌਜਾਂ ਨੇ ਬਗਦਾਦ ਦੇ ਪੱਛਮੀ ਸ਼ਹਿਰ ਕਰਬਲਾ 'ਤੇ ਕਬਜ਼ਾ ਕਰਕੇ ਉੱਥੇ 15,000 ਫੌਜੀ ਤਾਇਨਾਤ ਕਰ ਦਿੱਤੇ। ਇਸ ਦੇ ਨਾਲ ਹੀ ਬਗਦਾਦ ਦੇ ਪੂਰਬ ਵਿੱਚ ਤੇ ਆਲਕੁੱਟ ਦੇ ਨੇੜੇ ਦਜ਼ਲਾ ਦਰਿਆ ਦੇ ਇੱਕ ਅਹਿਮ ਪੁਲ 'ਤੇ ਕਬਜ਼ਾ ਕਰਕੇ ਦੂਜੇ ਪਾਸਿਓਂ ਵੀ ਗੱਠਜੋੜ ਫੌਜਾਂ ਦੇ ਬਗਦਾਦ ਵੱਲ ਵਧਣ ਦਾ ਰਾਹ ਖੁੱਲ੍ਹ ਗਿਆ। ਬਗਦਾਦ ਯੂਨੀਵਰਸਿਟੀ ਨੇੜੇ ਅਮਰੀਕਾ ਵੱਲੋਂ ਕੀਤੀ ਤਾਬੜਤੋੜ ਬੰਬ ਵਰਖਾ ਨਾਲ ਕਈ ਥਾਂ ਇੰਨੀਆਂ ਡੂੰਘੀਆਂ ਖਾਈਆਂ ਪੁੱਟੀਆਂ ਗਈਆਂ ਕਿ ਇਹ ਪਾਣੀ ਤੋਂ ਸੱਖਣੇ ਤਲਾਵਾਂ ਦਾ ਰੂਪ ਧਾਰਨ ਕਰ ਗਈਆਂ। ਭਿਆਨਕ ਬੰਬਾਂ ਦੀ ਮਾਰ ਇੰਨੀ ਜ਼ਿਆਦਾ ਸੀ ਕਿ ਲੋਕੀ ਮਲਬੇ ਦਾ ਰੂਪ ਧਾਰਨ ਕਰ ਚੁੱਕੇ ਘਰਾਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਭੱਜਣ ਲੱਗ ਪਏ। ਪਰ ਸੁਰੱਖਿਅਤ ਥਾਵਾਂ ਵੱਲ ਕਿਵੇਂ ਜਾਂਦੇ? ਉਹਨਾਂ ਦੇ ਅੱਗੇ ਰਸਤੇ ਵਿੱਚ ਗੱਠਜੋੜ ਫੌਜਾਂ ਦੇ ਸੈਨਿਕ ਹਥਿਆਰਾਂ ਨਾਲ ਲੈਸ ਹੋਏ ਖੜੇ ਸਨ। ਕੋਈ ਕਿਸੇ ਪਾਸੇ ਵੱਲ ਭੱਜ ਕੇ ਨਹੀਂ ਜਾ ਸਕਦਾ ਸੀ। ਮਸ਼ਕਾਂ ਬੰਨਣ ਦੇ ਬਾਵਜੂਦ ਰਿਵਾਲਵਰ ਦੀ ਨੋਕ 'ਤੇ ਇਹਨਾਂ ਦੀ ਤਲਾਸ਼ੀ ਲਈ ਜਾਂਦੀ ਸੀ। ਪਹਿਲਾਂ ਇਹਨਾਂ ਦੇ ਹੱਥ ਖੜੇ ਕਰਵਾਏ ਜਾਂਦੇ, ਫਿਰ ਪਰੇਡ ਕਰਵਾਈ ਜਾਂਦੀ। ਪੂਰੀ ਤਰ੍ਹਾਂ ਨਾਲ ਤਲਾਸ਼ੀ ਲੈ ਕੇ ਇਹਨਾਂ ਨੂੰ ਜਲੀਲ ਕਰਨ ਤੋਂ ਮਗਰੋਂ ਹੀ ਜਾਣ ਦਿੱਤਾ ਜਾਂਦਾ ਸੀ। ਕਿਸੇ ਨੇ ਛੋਟੇ-ਛੋਟੇ ਭੁੱਖਣ ਭਾਣੇ ਬੱਚਿਆਂ ਦੀ ਉਂਗਲ ਪਕੜੀ ਹੋਈ ਸੀ। ਕੋਈ ਬੱਚਿਆਂ ਨੂੰ ਕੁੱਛੜ ਚੁੱਕ ਕੇ ਹੱਥ ਜੋ ਲੱਗਿਆ ਲੈ ਗਿਆ। ਸਿਰ 'ਤੇ ਰੱਖ ਪੰਡੋਕਲੀ ਸੁਰੱਖਿਆ ਥਾਂ ਵੱਲ ਬਾਹੋ ਬਾਹੀ ਦੌੜੇ ਜਾ ਰਹੇ ਸਨ। ਕਿਸੇ ਦੀ ਲੱਤ ਟੁੱਟੀ, ਕਿਸੇ ਦੀ ਬਾਂਹ। ਕੋਈ ਖੂਨ ਨਾਲ ਲੱਥ-ਪੱਥ ਹੋਇਆ ਪਿਆ ਸੀ। ਹਸਪਤਾਲਾਂ ਅੰਦਰ ਤੇ ਬਾਹਰ ਜ਼ਖਮੀ ਤੇ ਲੂਲੇ ਲੰਗੜੇ ਕਰਾ ਰਹੇ ਸਨ। ਇਰਾਕੀ ਸੈਨਿਕ ਜਿਹੜੇ ਜੰਗ ਵਿੱਚ ਜ਼ਖਮੀ ਹੋ ਗਏ, ਅਮਰੀਕੀ ਸੈਨਿਕ ਉਹਨਾਂ ਦੀਆਂ ਬਾਹਾਂ ਪਿੱਛੇ ਬੰਨ੍ਹ ਕੇ ਹਸਪਤਾਲ ਦੇ ਅੱਗੇ ਸੁੱਟ ਦਿਆ ਕਰਦੇ ਸਨ। ਪਰ ਦਵਾਈ ਬੂਟੀ ਦਾ ਨਾਂ ਤੱਕ ਨਹੀਂ ਸੀ। ਇਹਨਾਂ ਜ਼ਖਮੀਆਂ ਨਾਲ ਉਸ ਵੇਲੇ ਹੋਰ ਵੀ ਅਣਹੋਣੀ ਹੋ ਗਈ ਜਦੋਂ ਜਨੇਵਾ ਸੰਧੀਆਂ ਤੇ ਮਨੁੱਖੀ ਅਧਿਕਾਰਾਂ ਨੂੰ ਕੁਚਲ ਕੇ ਗੱਠਜੋੜ ਫੌਜਾਂ ਨੇ ਇਹਨਾਂ ਨੂੰ ਧੂ ਘੜੀਸ ਕੇ ਹਸਪਤਾਲਾਂ ਤੋਂ ਬਾਹਰ ਖਿੱਚ ਲਿਆ ਤੇ ਪ੍ਰਚਾਰ ਕੀਤਾ ਕਿ ਇਹਨਾਂ ਇਰਾਕੀ ਸੈਨਿਕਾਂ ਨੇ ਆਤਮ ਸਮਰਪਣ ਕਰ ਦਿੱਤਾ। ਇਹਨਾਂ ਜ਼ਖਮੀਆਂ ਵਿੱਚੋਂ ਬਹੁਤਿਆਂ ਨੂੰ ਫੜ ਕੇ ਜੰਗੀ ਕੈਦੀ ਦੇ ਰੂਪ ਵਿੱਚ ਦਿਖਾਇਆ ਗਿਆ। ਬਗਦਾਦ ਸ਼ਹਿਰ ਦੇ ਇੱਕ ਹਸਪਤਾਲ ਨੂੰ ਤਾਂ ਮਲਬੇ ਵਿੱਚ ਹੀ ਬਦਲ ਦਿੱਤਾ ਗਿਆ। ਇੱਥੇ ਇਰਾਕੀ ਸੈਨਿਕਾਂ ਦੇ ਲੁਕੇ ਹੋਣ ਦਾ ਸ਼ੱਕ ਸੀ, ਪਰ ਪੂਰੇ ਇਰਾਕ ਵਿੱਚ ਇੰਜ ਲੱਗਦਾ ਸੀ
ਜਿਵੇਂ ਪੜਲੋਂ ਆ ਗਈ ਹੋਵੇ। ਹਜ਼ਾਰਾਂ ਔਰਤਾਂ ਦੇ ਸੁਹਾਗ ਜੰਗ ਦੀ ਭੇਟ ਚੜ੍ਹ ਗਏ। ਵਿਧਵਾ ਹੋਈਆਂ ਇਹ ਔਰਤਾਂ, ਜਿਨ੍ਹਾਂ ਦੇ ਬੱਚੇ ਵੀ ਜੰਗ ਵਿੱਚ ਮਾਰੇ ਗਏ, ਸੁਰਖਰੂ ਹੋ ਕੇ ਆਪਣੀ ਸਰਜਮੀ ਦੀ ਰਾਖੀ ਕਰਨ ਲਈ ਕਲਾਸ਼ਨੀਕੋਵ ਰਾਈਫਲਾਂ ਹੱਥਾਂ ਵਿੱਚ ਲੈ ਕੇ ਜੰਗ ਦੇ ਮੈਦਾਨ ਵੱਲ ਤੁਰ ਪਈਆਂ। ਨਣਦਾਂ, ਭਰਜਾਈਆਂ, ਮਾਵਾਂ ਤੇ ਧੀਆਂ ਨੇ ਜੰਗ ਵੱਲ ਚਾਲੇ ਪਾ ਦਿੱਤੇ। ਆਪਣੀ ਆਬਰੂ ਲਈ ਇਹਨਾਂ ਔਰਤਾਂ ਨੇ ਜੰਗ ਵਿੱਚ ਆਪਣੀ ਬਲੀ ਦੇ ਦਿੱਤੀ। ਜੰਗ ਇੰਨੀ ਖਤਰਨਾਕ ਰੂਪ ਧਾਰਨ ਕਰਦੀ ਜਾ ਰਹੀ ਸੀ ਕਿ ਇਤਿਹਾਦੀ ਫੌਜਾਂ ਬ੍ਰਿਗੇਡੀਅਰ ਜਨਰਲ ਵਿਨਸੈਂਟ ਬਰੁਕਸ ਦੀ ਕਮਾਨ ਹੇਠ ਬਗਦਾਦ ਵੱਲ ਵਧਦੀਆਂ ਜਾ ਰਹੀਆਂ ਸਨ। ਪਰ ਇਹ ਪੈਂਡਾ ਇੰਨਾ ਸੌਖਾ ਨਹੀਂ ਸੀ। ਅਲਕੁੱਟ ਨੇੜੇ ਅਮਰੀਕੀ ਫੌਜਾਂ ਨੂੰ ਇਰਾਕੀ ਡਿਵੀਜ਼ਨਾਂ ਨੇ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ। ਉੱਧਰ ਬਸਰਾ ਸ਼ਹਿਰ 'ਤੇ ਕਬਜ਼ਾ ਕਰਨ ਲਈ ਬਰਤਾਨਵੀ ਫੌਜਾਂ ਪੂਰੀ ਬਾਹ ਲਾ ਰਹੀਆਂ ਸਨ, ਜਿੱਥੇ 1000 ਦੇ ਲਗਭਗ ਫਿਦਾਈਨ ਇਹਨਾਂ ਬਰਤਾਨਵੀ ਫੌਜਾਂ ਨੂੰ ਰੋਕੀ ਖੜੇ ਸਨ। ਅਲਕਾਰਖ ਜ਼ਿਲ੍ਹੇ 'ਤੇ ਕਬਜ਼ਾ ਕਰਨ ਲਈ ਅਮਰੀਕੀ ਫੌਜਾਂ ਨੇ ਇੱਕੋ ਰਾਤ ਵਿੱਚ 40 ਸਮਾਰਟ ਬੰਬ ਸੁੱਟੇ। ਸਦਾਮ ਹੁਸੈਨ ਫਦਾਈਨ ਦੇ ਗੁਰੀਲੇ, ਜਿਹੜੇ ਨਸੀਰੀਆ ਵਿੱਚ ਗੱਠਜੋੜ ਫੌਜਾਂ ਤੇ ਲੁਕਵੇਂ ਵਾਰ ਕਰ ਰਹੇ ਸਨ, ਉਹਨਾਂ ਨੂੰ ਵੀ ਅਮਰੀਕੀ ਫੌਜਾਂ ਨੇ ਤਿੱਤਰ ਬਿੱਤਰ ਕਰ ਦਿੱਤਾ। ਹੁਣ ਨਸੀਰੀਆ ਤੋਂ ਇਲਾਵਾ ਨਜਫ 'ਤੇ ਵੀ ਅਮਰੀਕੀ ਫੌਜਾਂ ਭਾਰੂ ਹੋ ਗਈਆਂ। ਅਮਰੀਕੀ ਵਿਸਫੋਟ ਇੰਨੇ ਧਮਾਕੇਦਾਰ ਸਨ ਕਿ ਇਹਨਾਂ ਵਿਸਫੋਟਾਂ ਨਾਲ ਬਹੁਤ ਸਾਰੇ ਨਾਗਰਿਕਾਂ ਦੇ, ਜਿਨ੍ਹਾਂ ਵਿੱਚ ਬੱਚੇ ਵੀ ਸਨ, ਪੇਟ ਦੀਆਂ ਅੰਦਰਾਂ ਬਾਹਰ ਆ ਜਾਂਦੀਆਂ ਸਨ। ਇਸ ਤਰ੍ਹਾਂ ਦਾ ਪੈਂਡਾ ਤੈਅ ਕਰਦੀਆਂ ਹੋਈਆਂ ਅਮਰੀਕੀ ਤੇ ਬਰਤਾਨੀਆ ਦੀਆਂ ਸਾਂਝੀਆਂ ਫੌਜਾਂ ਬਗਦਾਦ ਸ਼ਹਿਰ ਤੋਂ 20 ਕਿਲੋਮੀਟਰ ਦੂਰ ਸਦਾਮ ਇੰਟਰਨੈਸ਼ਨਲ ਏਅਰਪੋਰਟ ਦੇ ਨੇੜੇ ਪਹੁੰਚ ਗਈਆਂ ਤੇ ਬੰਬਾਂ ਦੇ ਧਮਾਕਿਆਂ ਨਾਲ ਅੱਡੇ ਨੂੰ ਅੱਗ ਲਗਾ ਦਿੱਤੀ। ਇਸ ਕਾਰਨ ਅਨੇਕ ਲੋਕ ਮਾਰੇ ਗਏ। ਇਸ ਬੰਬਾਰੀ ਨਾਲ ਸਮੁੱਚੇ ਬਗਦਾਦ ਵਿੱਚ ਬਲੈਕ ਆਊਟ ਹੋ ਗਿਆ। ਪੀਣ ਵਾਲੇ ਪਾਣੀ ਦੀ ਸਪਲਾਈ ਖਤਮ ਹੋ ਗਈ। ਬਗਦਾਦ ਦੇ ਚਾਰੇ ਪਾਸੇ 20 ਕਿਲੋਮੀਟਰ ਤੱਕ ਘਮਸਾਨ ਦੀ ਜੰਗ ਸ਼ੁਰੂ ਹੋ ਗਈ। ਬਗਦਾਦ ਦੇ ਦੱਖਣ ਪੂਰਬ ਪੱਛਮ ਉਸ ਬਾਹਰੀ ਇਲਾਕਿਆਂ ਵਿੱਚ ਸਾਰੀ ਰਾਤ ਮਜ਼ਾਈਲਾਂ ਦੇ ਜ਼ਬਰਦਸਤ ਧਮਾਕੇ ਅਤੇ ਤੋਪਾਂ ਦੇ ਗੋਲਿਆਂ ਨੇ ਲੋਕਾਂ ਨੂੰ ਸ਼ਹਿਰ ਵਿੱਚੋਂ ਭੱਜਣ ਲਈ ਮਜਬੂਰ ਕਰ ਦਿੱਤਾ। ਗੱਠਜੋੜ ਫੌਜਾਂ ਦੇ ਹਥਿਆਰਬੰਦ ਸੈਨਿਕ ਆਤਮ ਸਮਰਪਣ ਕਰਨ ਲਈ ਨਾਗਰਿਕਾਂ ਨੂੰ ਹੱਥ ਉੱਪਰ ਵੱਲ ਕਰਵਾ ਕੇ ਆਪਣੇ ਕੈਂਪਾਂ ਵਿੱਚ ਲੈ ਜਾਂਦੇ, ਜਿਨ੍ਹਾਂ ਨੂੰ ਅੱਬੂ ਗਰੇਬ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਂਦਾ। ਅਮਰੀਕਾ ਨੇ ਹਵਾਈ ਅੱਡੇ 'ਤੇ ਇਰਾਕੀ ਫੌਜਾਂ ਦੇ ਜ਼ੋਰ ਨੂੰ ਦੇਖਦਿਆਂ ਆਪਣੀਆਂ ਫੌਜਾਂ ਦੀ ਗਿਣਤੀ ਹੋਰ ਵੀ ਵਧਾ ਦਿੱਤੀ। ਮੁੱਖ ਸ਼ਹਿਰਾਂ 'ਤੇ ਕਬਜ਼ੇ ਨੂੰ ਲੈ ਕੇ 18ਵੇਂ ਦਿਨ ਤੱਕ ਵੀ ਦੋਨਾਂ ਸੈਨਾਵਾਂ ਵਿਚਕਾਰ ਘੋਰ ਯੁੱਧ ਚੱਲਦਾ ਰਿਹਾ। ਬਗਦਾਦ ਨੇੜੇ ਇਸ ਯੁੱਧ ਵਿੱਚ ਅਮਰੀਕੀ ਸੈਨਾਵਾਂ ਵੀ ਜ਼ਖਮੀ ਹੋਣ ਲੱਗੀਆਂ। ਅਮਰੀਕੀ ਸੈਨਿਕ ਪੂਰੀ ਤਰ੍ਹਾਂ ਨਾਲ ਬੌਖਲਾਹਟ ਅਤੇ ਗੁੱਸੇ ਵਿੱਚ ਆਏ ਹੋਏ ਸਨ, ਕਿਉਂਕਿ ਕਿਸੇ ਵੀ ਸ਼ਹਿਰ 'ਤੇ ਅਜੇ ਤੱਕ ਉਹਨਾਂ ਨੇ ਪੂਰੀ ਤਰ੍ਹਾਂ ਨਾਲ ਕਬਜ਼ਾ ਨਹੀਂ ਕੀਤਾ ਸੀ। ਪਰ ਸਦਾਮ ਹਵਾਈ ਅੱਡੇ 'ਤੇ ਖੂਨੀ ਜੰਗ ਮਗਰੋਂ ਗੱਠਜੋੜ ਫੌਜਾਂ ਨੇ ਇਸ 'ਤੇ ਕਬਜ਼ਾ ਕਰ ਲਿਆ। ਰਿਪਬਲਿਕਨ ਗਾਰਡ ਉਹਨਾਂ ਦੇ ਅਨੇਕ ਸੈਨਿਕਾਂ ਨੂੰ ਬੰਦੀ ਬਣਾ ਲਿਆ। ਉਹਨਾਂ ਦੇ ਬਦਨ ਤੋਂ ਕੱਪੜੇ ਉਤਾਰ ਕੇ ਪਿੱਠ 'ਤੇ ਪੱਕੇ ਨੰਬਰ ਲਗਾ ਦਿੱਤੇ, ਜਿਹੜੇ ਕਿ ਜਨੇਵਾ ਸਮਝੌਤੇ ਦੀ ਖੁੱਲ੍ਹੀ ਉਲੰਘਣਾ ਸੀ। ਬਸਰਾ 'ਤੇ ਵੀ ਖੂਨ ਬੀਟਵੀਂ ਜੰਗ ਤੋਂ ਮਗਰੋਂ 19ਵੇਂ ਦਿਨ ਬਰਤਾਨਵੀ ਫੌਜਾਂ ਨੇ ਕਬਜ਼ਾ ਕਰ ਲਿਆ। ਸੋ ਇਸ ਤਰ੍ਹਾਂ ਬਗਦਾਦ ਦੇ ਕਿਲੇ ਨੂੰ ਫਤਿਹ ਕਰਨ ਆਏ ਗੱਠਜੋੜ ਦੇ ਸੈਨਿਕਾਂ ਨੇ ਆਪਣੇ ਰਾਹ ਵਿੱਚ ਆਉਣ ਵਾਲੀ ਹਰ ਰੁਕਾਵਟ ਨੂੰ
ਜੰਗੀ ਬੰਬਾਰਾਂ ਨਾਲ ਭੰਨਦੇ ਹੋਏ ਬਗਦਾਦ ਦੀਆਂ ਕੁੰਦਰਾਂ ਤੱਕ ਕਬਜ਼ਾ ਕਰ ਲਿਆ ਤੇ ਇਸ ਨੂੰ ਆਪਣੇ ਅਧੀਨ ਕਰ ਲਿਆ। ਇਉਂ ਇਸੇ ਸਮੇਂ ਦੌਰਾਨ ਕਿਸੇ ਸੂਈਏ ਨੇ 7 ਅਪ੍ਰੈਲ ਨੂੰ ਅਮਰੀਕੀ ਫੌਜਾਂ ਦੇ ਮੁਖੀ ਟੌਮੀ ਫਰੈਂਕਸ ਨੂੰ ਖਬਰ ਦਿੱਤੀ ਕਿ ਸਦਾਮ ਹੁਸੈਨ ਆਪਣੇ ਦੋਵੇਂ ਪੁੱਤਰਾਂ ਨਾਲ ਬਗਦਾਦ ਵਿੱਚ ਅਲ ਮਨਸੂਰ ਦੇ ਨੇੜੇ ਕੋਈ ਮੀਟਿੰਗ ਕਰ ਰਹੇ ਹਨ। ਗੱਠਜੋੜ ਫੌਜਾਂ ਦੇ ਮੁਖੀ ਟੌਮੀ ਫਰੈਂਕਸ ਨੇ ਤੁਰੰਤ ਦੂਜੀ ਬ੍ਰਿਗੇਡ ਦੇ US B-1B ਬੰਬਾਰ ਹਮਲਾ ਕਰਨੀ ਭੇਜ ਦਿੱਤੇ। ਇਹਨਾਂ ਬੰਬਾਰਾਂ ਨੇ ਉਸ ਇਮਾਰਤ 'ਤੇ 4 ਬੰਬ ਸੁੱਟੇ ਜਿਨ੍ਹਾਂ ਦਾ ਭਾਰ ਪ੍ਰਤੀ ਬੰਬ 900 ਕਿਲੋਗ੍ਰਾਮ ਸੀ। ਇਹ ਬੰਬਾਰ ਹਮਲਾ ਇੰਨਾ ਭਿਆਨਕ ਸੀ ਕਿ ਬੰਬਾਂ ਨੇ ਇਮਾਰਤ ਨੂੰ ਚੂਰ-ਚੂਰ ਕਰਕੇ ਧਰਤੀ ਵਿੱਚ 18 ਫੁੱਟ ਡੂੰਘਾ ਟੋਆ ਪੁੱਟ ਦਿੱਤਾ। ਭਾਵੇਂ ਇਰਾਕੀ ਸਰਦਰ ਦੇ ਮਾਰੇ ਜਾਣ ਦੀ ਕੋਈ ਖਬਰ ਨਹੀਂ, ਨਾ ਕੋਈ ਪਤਾ ਲੱਗਿਆ, ਪਰ ਬਗਦਾਦ ਅੰਦਰ ਗੱਠਜੋੜ ਫੌਜਾਂ ਦੇ ਦਾਖਲੇ ਵੇਲੇ ਹੀ ਜਾਰਜ W. ਬੁਸ਼ ਤੇ ਟੋਨੀ ਬਲੇਅਰ ਨੇ ਇਰਾਕ ਦੇ ਨਵ ਨਿਰਮਾਣ ਦੀ ਗੱਲ ਸ਼ੁਰੂ ਕਰ ਦਿੱਤੀ। ਇਰਾਕੀ ਸਦਰ ਤੇ ਉਸ ਦੇ ਦੋਵੇਂ ਪੁੱਤਰਾਂ ਦਾ ਕੋਈ ਅਤਾ ਪਤਾ ਨਹੀਂ ਸੀ, ਪਰ ਬਗਦਾਦ ਤੇ ਕਬਜ਼ੇ ਨੂੰ ਲੈ ਕੇ ਦੋਨਾਂ ਪਾਸੇ ਸਿਰ ਧੜ ਦੀ ਬਾਜੀ ਲੱਗੀ ਹੋਈ ਸੀ। ਇੱਧਰ ਉੱਧਰ ਬੇਪਛਾਣ ਲਾਸ਼ਾਂ ਖਿਲਰੀਆਂ ਪਈਆਂ ਸਨ। ਮੌਤ ਤੋਂ ਬੇਪਰਵਾਹ ਹੋਏ ਇਰਾਕੀ ਅਮਰੀਕੀ ਟੈਂਕਾਂ ਅੱਗੇ ਆ ਕੇ ਮਰ ਰਹੇ ਸਨ। ਇਸੇ ਸਮੇਂ ਦੌਰਾਨ ਅਮਰੀਕੀ ਟੈਂਕਾਂ ਤੇ ਬਖਤਰਬੰਦ ਗੱਡੀਆਂ ਦਾ ਇੱਕ ਹੋਰ ਕਾਫਲਾ ਦੱਖਣ ਪੂਰਬ ਦੇ ਰਸਤਿਓਂ ਹੁੰਦੇ ਹੋਏ ਇਰਾਕੀਆਂ ਨੂੰ ਚੀਰਦਾ ਹੋਇਆ ਉਹਨਾਂ ਦੀਆਂ ਛਾਤੀਆਂ ਉੱਪਰੋਂ ਦੀ ਲੰਘਦਾ ਹੋਇਆ ਬਗਦਾਦ ਦੇ ਕੇਂਦਰ ਵਿੱਚ ਪਹੁੰਚਣ ਵਿੱਚ ਸਫਲ ਹੋ ਗਿਆ। ਇੱਥੇ ਲੱਗੇ ਇਰਾਕੀ ਸਦਰ ਸਦਾਮ ਹੁਸੈਨ ਦੇ ਬੁੱਤ ਨੂੰ ਹੇਠਾਂ ਸੁੱਟ ਕੇ ਇਰਾਕੀ ਲੋਕਾਂ ਦੀ ਆਜ਼ਾਦੀ ਦੀ ਘੋਸ਼ਣਾ ਕੀਤੀ ਗਈ। ਇਮਾਰਤਾਂ ਜੰਗ ਦੇ 22ਵੇਂ ਦਿਨ ਵੀ ਸੜ ਰਹੀਆਂ ਸਨ। ਕੋਈ ਹਥਿਆਰਾਂ ਵਿੱਚ ਜਾਂ ਖੂੰਖਾਰ ਐਡੇ ਵੱਡੇ ਹਥਿਆਰਾਂ ਵਿੱਚ ਕੋਈ ਕਮੀ ਨਹੀਂ ਸੀ ਆਉਣ ਦਿੱਤੀ ਅਮਰੀਕਾ ਨੇ। ਇੱਕ ਵੱਡੇ ਸੰਘਰਸ਼ ਤੋਂ ਮਗਰੋਂ ਅਮਰੀਕੀ ਫੌਜੀ ਬ੍ਰਿਗੇਡੀਅਰ ਜਨਰਲ ਬੈਨਸੈਟ ਬਰੁਕਸ ਦੀ ਕਮਾਨ ਹੇਠ ਸਦਾਮ ਹੁਸੈਨ ਦੇ ਮੱਲ ਵਿੱਚ ਦਾਖਲ ਹੋ ਗਏ ਤੇ ਇਰਾਕ ਦੇ ਆਖਰੀ ਗੜ੍ਹ ਨੂੰ ਫਤਿਹ ਕਰਕੇ ਇੱਥੇ ਵੀ ਅਮਰੀਕੀ ਝੰਡਾ ਗੱਡ ਦਿੱਤਾ ਗਿਆ। ਇਰਾਕੀ ਲੋਕਾਂ ਦੀ ਦੇਸ਼ ਭਗਤੀ ਅਤੇ ਆਪਣੀ ਸਰਜ਼ਮੀਂ ਲਈ ਪਿਆਰ ਇੰਨਾ ਸੀ ਕਿ ਉਹ 20 ਮਾਰਚ 2003 ਤੋਂ ਲਗਾਤਾਰ 9 ਅਪ੍ਰੈਲ 2003 ਤੱਕ ਅਮਰੀਕਾ ਦੇ ਅਤਿ ਆਧੁਨਿਕ ਹਥਿਆਰਾਂ ਤੋਂ ਨਿਕਲੇ ਬੰਬਾਂ ਨੂੰ ਆਪਣੇ ਜਿਸਮ ਉੱਤੇ ਝੱਲਦੇ ਉਹਨਾਂ ਦਾ ਮੁਕਾਬਲਾ ਕਰਦੇ ਰਹੇ। 9 ਅਪ੍ਰੈਲ ਤੋਂ ਮਗਰੋਂ ਵੀ ਉਹਨਾਂ ਅਮਰੀਕਾ ਅਤੇ ਉਸ ਦੇ ਜੋਟੀਦਾਰਾਂ ਨੂੰ ਇਰਾਕ ਵਿੱਚ ਸੁੱਖ ਦੀ ਨੀਂਦ ਨਹੀਂ ਸੌਣ ਦਿੱਤਾ। ਟਿਕਰੀਤ ਨੂੰ ਫਤਿਹ ਕਰਨ ਉਪਰੰਤ ਇੱਕਦਮ ਅਮਰੀਕਾ ਨੇ ਇੱਕ ਰਿਟਾਇਰਡ ਲੈਫਟੀਨੈਂਟ ਜੇਮਾ ਗਾਰਨਰ ਨੂੰ ਇਰਾਕ ਦਾ ਕਰਤਾ ਧਰਤਾ ਬਣਾ ਦਿੱਤਾ ਤੇ ਨਾਲ ਹੀ ਉਸ ਨੂੰ ਇਰਾਕ ਦੀ ਪੁਨਰ ਉਸਾਰੀ ਦਾ ਕੰਮ ਵੀ ਸੌਂਪ ਦਿੱਤਾ। ਤੇ ਤੇਲ ਮੰਤਰਾਲਾ, ਰੱਖਿਆ ਮੰਤਰਾਲਾ, ਗ੍ਰਹਿ, ਵਿਦੇਸ਼ ਤੇ ਯੋਜਨਾ ਮੰਤਰਾਲੇ ਸਿੱਧੇ ਤੌਰ ਤੇ ਅਮਰੀਕਾ ਨੇ ਆਪਣੇ ਅਧੀਨ ਕਰ ਲਏ। ਸੋ ਗੱਲ ਸਾਥੀਓ ਇੱਥੇ ਆ ਕੇ ਮੁੱਕਦੀ ਆ ਕਿ ਇਰਾਕ ਦੀ 3% ਖੇਤੀਯੋਗ ਭੂਮੀ ਇੱਕ ਵਾਰ ਫੇਰ ਅਮਰੀਕਾ ਅਤੇ ਉਸ ਦੇ ਜੋਟੀਦਾਰਾਂ ਨੇ ਛਲਣੀ ਕਰ ਦਿੱਤੀ। ਅਮਰੀਕਾ ਨੇ ਸਦਾਮ ਹੁਸੈਨ ਦੇ ਗ੍ਰਿਫਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ। ਉਸ 'ਤੇ ਇਲਜ਼ਾਮ ਲਗਾਇਆ ਕਿ ਇਸ ਨੇ 1980 ਵਿੱਚ ਈਰਾਨ 'ਤੇ ਹਮਲਾ ਕੀਤਾ ਸੀ। ਦੂਜਾ ਇਲਜ਼ਾਮ ਸੀ ਕਿ 1990 ਵਿੱਚ ਕੁਵੈਤ 'ਤੇ ਹਮਲਾ ਕਰਕੇ ਇਸ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਸੀ। ਤੀਜਾ ਇਲਜ਼ਾਮ ਸੀ ਕਿ ਉਸਨੇ ਕੁਰਦਾਂ ਖਿਲਾਫ ਰਸਾਇਣਕ ਹਥਿਆਰਾਂ ਦੀ ਵਰਤੋਂ ਕੀਤੀ ਸੀ। ਚੌਥਾ ਇਲਜ਼ਾਮ ਸੀ ਕਿ ਉਸਨੇ
ਇਰਾਕ ਵਿੱਚ ਬੌਧ ਅਲੀ ਲੋਕਤੰਤਰ ਦੀ ਇਜਾਜ਼ਤ ਨਹੀਂ ਦਿੱਤੀ ਸੀ। ਉਸ ਦੀ ਬਾਥ ਪਾਰਟੀ ਨੇ ਡੰਡੇ ਦੇ ਜ਼ੋਰ ਨਾਲ ਹਕੂਮਤ ਕੀਤੀ ਸੀ। ਉਸ 'ਤੇ ਇਹ ਵੀ ਦੋਸ਼ ਲਗਾਇਆ ਗਿਆ ਕਿ ਉਸ ਕੋਲ ਸਮੂਹਿਕ ਤਬਾਹੀ ਦੇ ਹਥਿਆਰ ਸਨ, ਜਿਨ੍ਹਾਂ ਤੋਂ ਪੂਰੀ ਦੁਨੀਆ ਨੂੰ, ਖਾਸ ਕਰਕੇ ਅਮਰੀਕਾ ਨੂੰ ਪੂਰਾ ਖਤਰਾ ਸੀ। ਸੋ ਸਾਥੀਓ, ਇਹ ਸੀ ਹਥਿਆਰ ਨਿਰੀਖਣ ਤੋਂ ਮਗਰੋਂ ਜਿਹੜਾ ਇਰਾਕ ਦੇ ਉੱਤੇ ਹਮਲਾ ਕੀਤਾ ਗਿਆ ਸੀ, ਉਸ ਨੇ ਕੀ ਜਾਨੀ ਤੇ ਮਾਲੀ ਨੁਕਸਾਨ ਕੀਤਾ ਇਰਾਕ ਦਾ। ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਧੰਨਵਾਦ। ਹੁਣ ਲਾਸਟ ਵਿੱਚ ਆਪਾਂ ਸਦਾਮ ਹੁਸੈਨ ਤੇ ਉਸ ਦੇ ਲਾਈਫ ਬਾਰੇ ਥੋੜ੍ਹੀ ਜਿਹੀ ਗੱਲ ਕਰਾਂਗੇ। ਬਹੁਤ ਬਹੁਤ ਧੰਨਵਾਦ ਤੁਹਾਡਾ।